होर भी चौधरी नई मरशद सुना किदा। लो जी, है मेरा भाई आ छोटा, मेरे चाचू का बेटा चौधरी नई मरशद, तो हर फन मौला वा, काम भी बहुत अच्छा करता, कॉमेडी बहुत अच्छी करता, हर टॉपिक पर गल कर लेंदा और फेमस टिकटॉकर भी है। तो बस ये अज आया तो बैठे हैं। होर सुना नहीं किदा काम शम किदा जा रहा? ठीक ठाक आ? कैसी जा रही शॉप तेरी? हाँ शुक्र अल्लाह दा भाई। होर ये भाई जान सब बड़े भरावां दी दुआवां, हाँ जी, जिन्हां ने सानू इज्जत दी। नहीं नहीं यार। हाँ हाँ जी, ते होर बस अल्लाह दा शुक्र है, ठीक ठाक। और काम शाम ठीक ठाक? शॉप ठीक हाँ ठाक? अल्लाह दा बड़ा करम है भाजी, ठीक ठाक आ ते माशाल्लाह सही आ। अच्छा चलो, अल्लाह पाक बरकत पावे। हाँ जी, ते ते बाकी भाई शॉप मतलब ठीक आ, काम ठीक है। बाकी महंगाई के हिसाब नाल ना काम ठीक है, उदा माशाल्लाह अल्लाह पाक रोटी दिंदा वा। कोई भी काम आ भाजी अल्लाह पाक रोटी दिंदा। बिल्कुल जी, रिजक ते अल्लाह पाक ने देना ना, वो ਹੁਣ खालिक ਤੁਸੀਂ का। ਯਕੀਨ ਕਰੋ ਕਿ ਇੱਕ ਗੱਲ ਦਾ ਨਾ ਮੇਰਾ ਨਾ ਅਟਕ ਫੈਸਲਾ ਵਾ ਕਿ ਮੇਰਾ ਜ਼ਿਹਨ ਬਣਿਆ ਵਾ ਜਿਹੜਾ ਕਿ ਜਿਹੜੇ ਤੁਹਾਡੀ ਕਿਸਮਤ ਦੇ ਵਿੱਚ ਅੱਲਾਹ ਪਾਕ ਨੇ ਸ਼ੈ ਲਿਖੀ ਨਾ, ਰੋਜ਼ੀ ਚੀਜ਼ ਜਿਹੜੀ ਵੀ ਲਿਖੀ ਉਹ ਤੁਹਾਨੂੰ ਲੱਭ ਜਾਣੀ। हाँ जी बिल्कुल बिल्कुल, अल्लाह पाक ਲੇਕਿਨ ਇਹ ਆ ਕਿ ਬੰਦਾ ਮਤलब ਕੰਮ ਕਰੇ, काम करे, मेहनत करे, ਹਾਂ, एफर्ट ਮਿਹਨਤ करे। ਕਰੇ। हाँ जी ਹਾਂਜੀ, ਤੇ ਅੱਲਾਹ ਪਾਕ ਰਿਜ਼ਕ ਦਿੰਦਾ। बिल्कुल। ਤੇ ਬਾਕੀ ਭਾਜੀ ਜਿਹੜਾ ਮਹਿੰਗਾਈ ਦੀ ਗੱਲ ਆ, ਹੁਣ ਸ਼ੌਪ ਦੀਆਂ ਚੀਜ਼ਾਂ ਲਾ ਲਓ ਕਿ ਅੱਜ ਤੋਂ 1 ਸਾਲ ਪਹਿਲਾਂ ਨਾ ਦੁਕਾਨ ਚਲਾਉਣੀ ਬਹੁਤ ਸੌਖੀ ਸੀ, ਚੀਜ਼ਾਂ ਦੀ ਰੇਟ ਬਹੁਤ ਕਮ ਸੀ। ਹੁਣ ਭਾਜੀ ਯਕੀਨ ਕਰੋ ਕਿ ਰੇਟ ਹੀ ਇੰਨੇ ਹੋ ਗਏ ਆ। ਆ ਕੋਵਿਡ-19 ਤੋਂ ਬਾਅਦ ਨਾ ਪੂਰੀ ਦੁਨੀਆ 'ਚ ਹੀ ਪ੍ਰਾਈਸਾਂ ਜਿਹੜੀਆਂ ਹਾਂਜੀ, ਉਹ ਕਾਫੀ ਹੁਣ ਮੈਂ ਚੜੀਆਂ। ਆ ਜਨਵਰੀ 'ਚ ਦੁਕਾਨ ਸ਼ੁਰੂ ਕੀਤੀ ਆ ਤੇ ਆ ਜਨਵਰੀ 'ਚ ਸਾਲ ਹੋ ਗਿਆ ਵਾ। ਜਿਹੜੀਆਂ ਚੀਜ਼ਾਂ ਦੇ ਰੇਟ ਸੀ ਨਾ ਉਹ ਅੱਧ ਨਾਲੋਂ ਜ਼ਿਆਦਾ ਉਹਨਾਂ ਦੇ ਨਾਲ ਵਿੱਚ ਇਜ਼ਾਫਾ ਹੋ ਗਿਆ ਵਾ। ਮਸਲਨ ਮੈਂ ਤੈਨੂੰ ਮਿਸਾਲ ਦਿੰਦਾ ਕਿ ਚੌਲਾਂ ਦਾ ਤੋੜਾ ਸੀ ਨਾ, ਟੋਟਾ ਚੌਲਾਂ ਦਾ ਤੋੜਾ 3200 ਦਾ ਸੀ, 4000 ਦਾ ਹੋ ਗਿਆ, 4500, 5000, 5500, ਹੁਣ 6000 ਦਾ ਮਤਲਬ ਤੋੜਾ। ਯਾਰ ਮੈਂ ਤੇ ਦੇਖ ਕੇ ਹੈਰਾਨ ਆ, ਅੱਲਾ ਮਾਫੀ ਦੇਵੇ। ਚਲੋ ਜਿਹੜਾ ਹੁਣ ਅੱਜ ਕੱਲ ਇੱਥੇ ਤਾਂ ਆਟਾ ਨਹੀਂ ਲੱਭ ਰਿਹਾ ਲੋਕਾਂ ਨੂੰ, ਕਿੰਨਾ ਮਤਲਬ ਅਫਸੋਸਨਾਕ ਚੀਜ਼ ਆ ਇਹ। ਮੈਂ ਤੈਨੂੰ ਇਹ ਕਹੂੰਗਾ ਕਿ ਇੱਕ ਬੇਸਿਕ ਇਨਸਾਨ ਦੀ ਜ਼ਰੂਰਤ ਐਗਰੀਕਲਚਰ। ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਤੁਹਾਡਾ ਮਾਸ਼ਾਅੱਲਾ ਤਜਰਬਾ ਵੀ ਆ, ਵੱਡੇ ਭਾਈ ਵੀ ਆ, ਤੇ ਤੁਸੀਂ ਮਿਸ਼ਤ ਦੇ ਬਾਰੇ ਵੀ ਮਾਸ਼ਾਅੱਲਾ ਬੜੀਆਂ, ਮੈਂ ਤੁਹਾਡੀ ਗੁਫ਼ਤਗੂ ਸੁਣੀ ਆ, ਤੁਹਾਡੇ ਬਿਆਨ ਮੈਂ ਸੁਣੇ ਆ। ਤੇ ਇਹ ਸਾਡੀ ਪਾਕਿਸਤਾਨ ਦੀ ਜਿਹੜੀ ਮਿਸ਼ਤ ਆ, ਇਹਦਾ ਜਿਹੜਾ ਜ਼ਿੰਮੇਦਾਰ ਆ, ਮਿਸਾਲ ਦੇ ਤੌਰ 'ਤੇ ਹੁਣ ਗੰਦਮ ਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਗੰਦਮ ਜਿਹੜੀ 5000 ਰੁਪਏ ਦੱਸਣ ਦਾ ਮਣ ਦਾ ਰੇਟ ਹੈ। ਨਹੀਂ 40-4200 ਨਹੀਂ ਨਹੀਂ ਪਾਏ ਨੇ 5000 ਮੈਂ ਸੁਣਨ ਦਿਆਂ ਕੱਲ ਦਾ। ਅੱਛਾ, ਹਾਂਜੀ 5000 ਨੂੰ? ਹਾਂਜੀ 5000 ਰੇਟ ਸੁਣਨ ਦਿਆਂ ਵਾ ਤੇ ਗੰਦਮ ਫੇਰ ਨਹੀਂ ਮਿਲਣ ਦਈ। ਉਹ ਯਾਰ ਮੈਂ ਤਾਂ ਆਪ ਹੁਣ ਕਈ ਜਗ੍ਹਾ ਤੇ ਇੱਥੋਂ ਲੰਘਿਆ ਵਾਂ ਤੇ ਲਾਈਨਾਂ ਲੱਗੀਆਂ ਆ। ਔਰ ਅੱਜ ਇੱਕ ਚੀਜ਼ ਮੈਂ ਹੋਰ ਦੇਖੀ ਆ, ਉਹ ਆਪਣੇ ਜਿਹੜੇ ਪੈਸੇ ਗਵਰਨਮੈਂਟ ਦਿੰਦੀ ਆ, ਜਿਹੜਾ ਇਨਕਮ ਸਪੋਰਟ ਦਿੰਦੀ ਆ 2-2000 ਰੁਪਇਆ। ਹਾਂਜੀ, ਉਹਦੇ ਬਾਰੇ 'ਚ ਮੈਨੂੰ ਇੱਕ ਬੰਦਾ ਦੱਸ ਰਿਹਾ ਸੀ, ਕਹਿੰਦਾ ਕਿ ਇੱਥੇ ਭਾਈ 2000 ਦਿੰਦੇ ਆ ਤੇ ਉਹ ਕਈ ਜਿਹੜੇ ਨਾ ਆਪਣੇ ਉਹ ਜਿੱਥੋਂ ਤੁਸੀਂ ਪੈਸੇ ਲੈਣ ਜਾਂਦੇ ਆ, ਆ ਜਿਹੜੇ ਕਾਲ ਸੈਂਟਰ ਹੁੰਦੇ ਜਿੱਥੇ ਜਾ ਕੇ ਉਹ ਕਹਿੰਦੇ ਮੈਸੇਜ ਆ ਗਿਆ, ਉਹ ਕਈ ਵਿਚਾਰੇ ਜਿਹੜੇ ਗਰੀਬ ਆ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਉਹ ਪੈਸੇ ਵਿੱਚੋਂ ਕੱਟ ਕੇ ਆਪਦੀ ਮਰਜ਼ੀ ਨਾਲ ਦੇ ਰਿਹਾ। ਅੱਛਾ ਪਰ ਉਸ 2000 ਦਾ ਕੀ ਮਕਸਦ ਆ, ਉਹਦਾ ਫਾਇਦਾ ਕੀ 2000 ਦਾ? ਗੌਰਮੈਂਟ ਇਹ ਚਾਹੁੰਦੀ ਆ ਵੀ ਚਲੋ ਥੋੜੀ ਬਹੁਤੀ ਸਪੋਰਟ ਕਰਤੀ ਜਾਵੇ। ਨਹੀਂ, ਉਹ 2000 ਦਾ ਆਉਂਦਾ ਕੀ ਅੱਜ ਕੱਲ? ਆਉਣਾ ਤਾਂ ਕੁਛ ਵੀ ਨਹੀਂ, ਕੀ ਆਉਂਦਾ 2000 ਦਾ? ਤੁਸੀਂ ਵੇਖੋ ਕਿ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਭਾਵੇਂ ਮੈਂ ਮਤਲਬ ਮੇਰਾ ਇਹਨਾਂ ਤਜਰਬਾ ਨਹੀਂ, ਤੁਹਾਡਾ ਮਾਸ਼ਾਅੱਲਾ ਤਜਰਬਾ ਨਹੀਂ। ਤਜਰਬਾ ਮੈਂ ਇਕਨੋਮੀ ਬਾਰੇ, ਜਿਹੜਾ ਮਹਿੰਗਾਈ ਦੇ ਬਾਰੇ ਜਿਹੜਾ ਜ਼ਿੰਮੇਦਾਰ ਅਸੀਂ ਕਿਹਨੂੰ ਕਹਿ ਸਕਦੇ ਆ? ਅਦਾਰਿਆਂ ਨੂੰ ਕਹਿ ਸਕਦੇ ਆ ਜਾਂ ਹਕੂਮਤ ਨੂੰ ਕਹਿ ਸਕਦੇ ਆ? ਹੁਣ ਜਿਹੜੀ ਮਿਸਾਲ ਦੇ ਤੌਰ ਤੇ ਗੰਦਮ ਨਹੀਂ ਮਿਲ ਰਹੀ, ਜ਼ਿਮੀਂਦਾਰ ਨੂੰ ਕਹਿ ਸਕਦੇ ਆ। ਇਹਦਾ ਜ਼ਿੰਮੇਦਾਰ ਅਸਲ ਕੌਣ ਆ? ਯਾਰ ਗੱਲ ਪਤਾ ਨਹੀਂ ਕੀ ਆ, ਦੇਖੋ ਅਸਲ ਜ਼ਿੰਮੇਦਾਰ ਇਹਦਾ ਮੈਂ ਦੇਖੋ ਜਿਹੜੀਆਂ ਤੁਸੀਂ ਜਿੰਨੀ ਕਿ ਮੇਰੀ ਜ਼ਿੰਦਗੀ ਆ, ਮੈਂ ਦੇਖਿਆ ਕਿ ਦਿਨ ਬ ਦਿਨ ਹਾਲਾਤ ਜਿਹੜੇ ਆ ਨਾ ਉਹ ਖਰਾਬ ਹੀ ਹੋ ਰਹੇ ਆ। ਹਾਂਜੀ, ਯਾਨੀ ਮਹਿੰਗਾਈ ਵੱਧ ਰਹੀ ਆ ਹਰ ਲਿਹਾਜ਼ ਨਾਲ। ਯਾਨੀ ਹਕੂਮਤਾਂ ਚੇਂਜ ਹੁੰਦੀਆਂ ਵਾ, ਉਹ ਜਿਹੜੀ ਹਕੂਮਤ ਆਉਂਦੀ ਆ ਉਹ ਸਾਰਾ ਮਲਬਾ ਪਿਛਲੀ ਤੇ ਸਿੱਟ ਦਿੰਦੀ ਆ। ਲੇਕਿਨ ਬੇਸਿਕ ਜਿਹੜਾ ਪ੍ਰੋਬਲਮ ਹੈ ਨਾ ਪਾਕਿਸਤਾਨ ਦਾ, ਬੇਸਿਕ ਪ੍ਰੋਬਲਮ ਜਿਹੜਾ ਹੱਲ ਕਰਨਾ ਜ਼ਰੂਰੀ ਆ, ਉਹ ਇਹ ਹੈਗਾ ਕਿ ਆਪਣੇ ਮੁਲਕ 'ਚ ਨਾ ਲਾਅ ਇੱਕ ਨਹੀਂ ਹੈਗਾ। ਆਪਣੇ ਮੁਲਕ ਦੇ ਵਿੱਚ ਅਮੀਰ ਵਾਸਤੇ ਹੋਰ ਕਾਨੂੰਨ ਆ, ਬਦਕਿਸਮਤੀ ਨਾਲ ਭਾਵੇਂ ਕੋਈ ਮੰਨੇ ਨਾ ਮੰਨੇ ਉਹਦੀ ਆਪਣੀ ਮਰਜ਼ੀ ਆ, ਲੇਕਿਨ ਗਰੀਬ ਵਾਸਤੇ ਹੋਰ ਆ। ਬੇਸਿਕ ਫਸਾਦ ਦੀ ਜੜ, ਖਰਾਬੀ, ਬੁਰਾਈ ਇਹ ਆ। ਜਦੋਂ ਮੁਲਕ 'ਚ ਕਾਨੂੰਨ ਹੀ ਇੱਕ ਨਹੀਂ ਹੈਗਾ, ਇੱਕ ਬੰਦਾ ਗਲਤ ਕੰਮ ਕਰਦਾ, ਉਹਨੂੰ ਪਤਾ ਕਿ ਮੈਨੂੰ ਕੋਈ ਨਹੀਂ ਪੁੱਛ ਸਕਦਾ, ਮੈਂ ਜੋ ਮਰਜ਼ੀ ਕਰਾਂ। ਸਾਡੇ ਪਾਕਿਸਤਾਨ 'ਚ ਕਾਨੂੰਨ ਨਹੀਂ। ਹਾਂ, ਤੇ ਇੱਕ ਬੰਦਾ ਹੈਗਾ ਜਿਹੜਾ ਉਹਨੂੰ ਤੁਸੀਂ ਇਨਸਾਫ ਨਹੀਂ ਹੈਗਾ। ਇਹ ਚੀਜ਼ ਜਿਹੜੀ ਆ ਇਹ ਖਰਾਬੀ ਪੈਦਾ ਕਰਦੀ ਆ। ਅੱਜ ਤੁਸੀਂ ਤਰੱਕੀ ਯਾਫਤਾ ਮੁਮਾਲਕ ਦੇਖ ਲਓ, ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਉਂ ਬਿਹਤਰ ਆ? ਬਿਕੋਜ਼ ਉੱਥੇ
ਹਰ ਬੰਦਾ ਕਾਨੂੰਨ ਦੇ ਤਾਬੇ ਆ, ਭਾਵੇਂ ਕੋਈ ਅਮੀਰ ਆ, ਗਰੀਬ ਆ, ਤਾਕਤਵਰ ਆ, ਕਮਜ਼ੋਰ ਆ, ਡਾਕਟਰ, ਵਕੀਲ, ਜੱਜ, ਬਿਊਰੋਕਰੇਟ, ਜਰਨੈਲ, ਸਾਫੀ, ਕਾਨੂੰਨ ਇੱਕ ਆ। ਇਹ ਉਹਨਾਂ ਦੀ ਤਰੱਕੀ ਦਾ ਰਾਜ਼ ਆ। ਹੁਣ ਆਪਣੇ ਲੋਕ ਜਿਹੜੇ ਆ ਉਹ ਸਾਰੇ ਰੱਸੇ ਤੜਾ ਕੇ ਕਿਉਂ ਭੱਜ ਰਹੇ ਆ ਦੂਸਰੇ ਮੁਲਕਾਂ 'ਚ? ਕਿਉਂ? ਉੱਥੇ ਕਾਨੂੰਨ ਇੱਕ ਆ। ਹੁਣ ਮਹਿੰਗਾਈ ਦਾ ਜ਼ਿੰਮੇਦਾਰ ਤੁਸੀਂ ਕਿਹਾ, ਇਹਦੇ ਜ਼ਿੰਮੇਦਾਰ ਅਸੀਂ ਸਾਰੇ ਆ, ਕਿਉਂਕਿ ਇਹਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਸਾਰੇ ਅਸੀਂ ਜ਼ਿੰਮੇਦਾਰ ਆ ਇਸ ਖਰਾਬੀ ਦੇ। ਉਹ ਗੱਲ ਨਹੀਂ ਮੈਂ ਕਰ ਰਹੇ ਸੀਗੇ ਵੀ ਦੇਖੋ ਦੂਜੇ ਮੁਲਕ ਜਿਹੜੇ ਖੁਸ਼ਹਾਲ ਮੁਲਕ ਆ ਉੱਥੇ ਇੱਕ ਤੇ ਕਾਨੂੰਨ ਅਮੀਰ ਗਰੀਬ ਲਈ ਇੱਕ ਆ, ਦੂਸਰਾ ਉੱਥੇ ਇਹ ਆ ਕਿ ਇਨਸਾਫ ਆ, ਜਸਟਿਸ ਆ। ਇਸ ਵਾਸਤੇ ਉਹ ਮੁਲਕ ਤਰੱਕੀ ਕਰ ਗਏ। ਠੀਕ ਹੈ ਨਾ ਜੀ। ਹਰ ਬੰਦਾ ਕਾਨੂੰਨ ਦੇ ਤਾਬੇ ਆ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਕਾਨੂੰਨ ਮੇਰਾ ਕੀ ਵਿਗਾੜ ਸਕਦਾ। ਅੱਜ ਅਸੀਂ ਦੇਖ ਲਓ ਕਿ ਸਾਡੇ ਜਿੰਨੇ ਵੀ ਲੋਕ ਆ ਉਹ ਰਿਟਾਇਰਮੈਂਟ ਤੋਂ ਬਾਅਦ ਕਿਉਂ ਯੂਰਪੀਅਨ ਮੁਲਕ 'ਚ ਜਾ ਕੇ ਸੈੱਟ ਹੁੰਦੇ ਆ, ਪੈਸਾ ਪੂਸਾ ਹਰ ਚੀਜ਼ ਕੱਢ ਕੇ ਇੱਥੋਂ ਆਪਦੇ ਬੱਚੇ, ਬੀਵੀ, ਕਾਰੋਬਾਰ ਹਰ ਚੀਜ਼ ਬਾਹਰ ਕਿਉਂ ਲੈ ਜਾਂਦੇ ਆ? ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਅਮਨ ਆ, ਪੀਸ ਆ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਿਹਤਰ ਆ। ਤੁਸੀਂ ਫੋਨ ਕਾਲ ਦੇ ਉੱਤੇ ਸਾਰੇ ਕੰਮ ਕਰਵਾ ਲੈਂਦੇ ਆ। ਇੱਥੇ ਆਪਣੇ ਦੇਖੋ ਹੁਣ ਮੈਂ ਅੱਜ ਇੱਥੋਂ ਅਕਾੜੇ ਹੀ ਜਾਈਦਾ, ਨਿਕਲਦਿਆਂ ਸਾਰ ਕਚਰਾ 4 ਚਫੇਰੇ ਜਾ ਕੇ ਬਾਹਰ ਹੁਣ ਅਕਾੜਾ ਵੜਦੇ ਹਾਂ, ਕਿੰਨੀ ਉੱਥੇ ਪਲਾਸਟਿਕ ਬੈਗ, ਗੰਦਗੀ। ਲੇਕਿਨ ਉਹ ਅੱਜ ਤੋਂ 10 ਸਾਲ ਪਹਿਲੇ ਵੀ ਇੱਦਾਂ ਹੀ ਸੀ, ਹੁਣ ਵੀ ਉੱਦਾਂ ਹੀ ਆ। ਸ਼ਹਿਰਾਂ ਚਲੇ ਜਾਓ ਤੁਸੀਂ, ਕਿਤੇ ਲਿਫਾਫੇ ਪੈ ਵਿੱਚ ਨਾਲੀਆਂ 'ਚ ਬਲਾਕ ਹੋਈਆਂ ਆ। ਗੋਸ਼ਤ ਜਿਹੜਾ ਤੁਸੀਂ ਵਿਕ ਰਿਹਾ ਦੇਖੋ ਕਿ ਉਹ ਬਾਜ਼ਾਰਾਂ ਦੇ ਵਿੱਚ ਖੜੇ ਆ। ਹੁਣ ਉਹਦੇ 'ਤੇ ਸਾਰਾ ਦਿਨ ਡਸਟ ਪੈਂਦੀ ਆ, ਖਾਣ ਵਾਲੀਆਂ ਚੀਜ਼ਾਂ 'ਤੇ ਬਿਮਾਰੀਆਂ ਫੈਲ ਰਹੀਆਂ। ਹਾਂ, ਤੇ ਉਸ ਇਹ ਸਾਰੇ ਕਿਹਨੇ ਠੀਕ ਕਰਨਾ? ਓਬਵੀਅਸਲੀ ਅਦਾਰੇ ਰਿਸਪੌਂਸੀਬਲ ਆ। ਲੇਕਿਨ ਚੂੰਕਿ ਪਾਕਿਸਤਾਨ 'ਚ ਕਰਪਸ਼ਨ ਇੰਨੀ ਆ, ਉੱਥੋਂ ਜਾ ਕੇ ਜਿਹੜੇ ਆ ਉਹ ਕੋਈ ਪੁੱਛਦਸ ਹੀ ਨਹੀਂ ਕਿਸੇ ਦੀ ਹੈਗੀ। ਜਿਹੜਾ ਕੋਈ ਪਕੌੜੇ ਸਮੋਸੇ ਕੱਢ ਰਿਹਾ ਉਹ ਗੰਦੇ ਤੇਲ 'ਚ ਕੱਢ ਕੇ ਖਿਲਾਈ ਜਾਂਦਾ, ਲੋਕ ਬਿਮਾਰ ਹੋ ਰਿਹਾ, ਗੰਦਗੀ ਫੈਲ ਰਹੀ ਆ। ਫਿਰ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੋਈ ਨਹੀਂ ਬਿਹਤਰ ਹੈਗੀ। ਰਾਤ ਨੂੰ ਤੁਸੀਂ ਸਫ਼ਰ ਕਰਨ ਲੱਗਿਆ ਬੰਦਾ ਡਰਦਾ ਕਿ ਮੈਨੂੰ ਯਾਰ ਕੋਈ ਇੱਥੋਂ ਲੁੱਟ ਹੀ ਨਾ ਲਵੇ। ਜੇ ਕੋਈ ਇਦਾਂ ਦਾ ਹੈਪਨ ਹੋ ਜਾਂਦਾ ਤੁਹਾਡੀ ਬਾਜ਼ਪੁਰਸ ਕਿਸੇ ਨੇ ਤੁਹਾਨੂੰ ਮੰਨਣੀ ਪਊਗੀ। ਹਾਂ, ਗੱਲ ਉਹ ਇਹ ਆ ਕਿ ਸਾਡੇ ਪਾਕਿਸਤਾਨ ਦੇ ਵਿੱਚ ਕਿਸੇ ਸ਼ੈ ਦੀ ਕੋਈ ਕਮੀ ਹੈ ਨਹੀਂ। ਨਹੀਂ, ਬਹੁਤ ਜ਼ਬਰਦਸਤ ਮੁਲਕ ਆ ਸਾਡੇ ਪਾਕਿਸਤਾਨ ਦਾ। ਮਤਲਬ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲ। ਹਾਂਜੀ, ਵਸਾਇਲ ਦੀ ਕੋਈ ਕਮੀ ਨਹੀਂ, ਵਸਾਇਲ ਦੀ ਕੋਈ ਕਮੀ ਨਹੀਂ, ਸਿਰਫ ਇਮਾਨਦਾਰੀ ਦੀ ਕਮੀ ਹੈ, ਕਰਪਸ਼ਨ ਆ। ਹਾਂਜੀ, ਪਹਿਲੀ ਗੱਲ ਹੈ। ਤੇ ਦੂਸਰੀ ਗੱਲ, ਸਾਡੇ ਪਾਕਿਸਤਾਨ ਦੇ ਜਿਹੜੇ ਹੁਕਮਰਾਨ ਆ ਉਹਨਾਂ ਨੂੰ ਪਾਲਿਸ਼ ਕਰਨ ਦੀ ਕਮੀ ਆ। ਯਾਰ ਗੱਲ ਪਤਾ ਕੀ ਆ, ਹੁਣ ਅੰਗਰੇਜ਼ ਜਿਹੜੇ ਆ, ਜੇ ਅਸੀਂ ਕਹੀਏ ਵੀ ਸਾਰੇ ਇਮਾਨਦਾਰ ਆ, ਇਹ ਵੀ ਗੱਲ ਗਲਤ ਆ। ਉਹ ਕਿਹੜਾ ਇਮਾਨਦਾਰ ਆ ਸਾਰੇ? ਅੰਗਰੇਜ਼ ਸ਼ਰਾਬਾਂ ਪੀਂਦੇ ਆ, ਸੂਰ ਖਾਂਦੇ, ਜੋ ਕੁਛ ਮਰਜ਼ੀ ਕਰਦੇ, ਪਰ ਉੱਥੇ ਕਾਨੂੰਨ ਸਾਰਿਆਂ ਲਈ ਇੱਕ ਆ। ਉਹ ਦੇਖਦੇ ਆ ਬੰਦੇ ਦੀ, ਯਾਨੀ ਬੰਦਾ ਕਾਬਲ ਹੈਗਾ, ਉਹਨੂੰ ਜੌਬ ਦੇ ਦਿੰਦੇ ਆ। ਸਾਡੇ ਤਰ੍ਹਾਂ ਨਹੀਂ ਕਿ ਇੱਕ ਬੰਦਾ ਹੈਗਾ ਰਿਸ਼ਵਤ, ਸਿਫਾਰਿਸ਼, ਚਾਪਲੂਸੀ, ਹਾਂਜੀ, ਅਕਰਬਾ ਪਰਵਰੀ ਕਿ ਆਪਦਾ ਮੇਰਾ ਹੈਗਾ ਇਹਨੂੰ ਅੱਗੇ ਲੈ ਆਓ। ਮੈਸ਼ਤ ਦੀ ਤੂੰ ਗੱਲ ਕੀਤੀ ਆ, ਮਹਿੰਗਾਈ ਦੀ, ਉਹਦਾ ਰਿਸਪੌਂਸੀਬਲ ਅਸੀਂ ਸਾਰੇ ਹੀ ਆ। ਕਿਉਂਕਿ ਕਰਪਸ਼ਨ ਕੋਈ ਛੱਡਣਾ ਨਹੀਂ ਚਾਹੁੰਦਾ। ਗੱਲਾਂ ਬਾਤਾਂ ਕਰੀ ਜਾਂਦੇ ਸਾਰੇ, ਏਦਾਂ ਕਰ ਲਓ ਜੀ, ਇੱਦਾਂ ਉਹ ਅਮਲ ਕੋਈ ਨਹੀਂ ਕਰਨਾ ਚਾਹੁੰਦਾ। ਠੀਕ ਹੈ ਜੀ। ਜਿਹਦਾ ਜਿੱਥੇ ਦਾ ਲੱਗਦਾ, ਜਿੱਥੇ ਹੱਥ ਪੈਂਦਾ ਉਹ ਕਰੀ ਜਾਂਦੇ। ਕਰਪਸ਼ਨ ਯਾਰ ਰੋਕਥਾਮ ਜਿਹੜੀ ਹੈ ਇਹ ਆਪਣੇ ਲੋਕ ਕਰਨੇ ਨਹੀਂ ਚਾਹੁੰਦੇ। ਆਪਣੇ ਪਾਕਿਸਤਾਨ 'ਚ ਨਾ ਕੋਈ ਗਵਰਨਮੈਂਟ ਕਰਨਾ ਚਾਹੁੰਦੀ, ਨਾ ਕੋਈ ਪੋਲੀਟੀਸ਼ੀਅਨ ਕਰਨਾ ਚਾਹੁੰਦਾ, ਨਾ ਕੋਈ ਅਦਾਰਾ ਕਰਨਾ ਚਾਹੁੰਦਾ। ਹਰ ਬੰਦਾ ਜਿਹੜਾ ਜਿੱਥੇ ਦਾ ਲੱਗਦਾ ਨਾ ਉਹ ਕਹਿੰਦਾ ਬਾਹਰ ਰਗੜੀ ਚੱਲੋ। ਬਸ ਕਾਨੂੰਨ ਦੂਜਿਆਂ ਲਈ ਆ। ਹੱਲ ਇਹਦਾ ਯਾਰ ਕੀ ਆ? ਹੱਲ ਇਹਦਾ ਇਹੀ ਆ ਕਿ ਲੋਕ ਜਿਹੜੇ ਆ ਉਹ ਏਸੀ ਕੰਮ ਹੋ ਸਕਦੀ ਆ, ਬਿਲਕੁਲ ਹੋ ਸਕਦੇ ਯਾਰ। ਅਗਰ ਕੋਈ ਬੰਦੇ ਦੇ ਪੁੱਤਾਂ ਵਾਲਾ ਕੰਮ ਕਰਨ, ਲੋਕ ਮੁੱਠਿਤ ਹੋ ਕੇ ਅਗਰ ਕੋਈ ਕੰਮ ਕਰਨ, ਦੁਨੀਆ 'ਚ ਕੋਈ ਕੰਮ ਇਦਾਂ ਦਾ ਹੈਗਾ ਬਈ ਜਿਹੜਾ ਬੰਦਾ ਨਾ ਕਰ ਸਕੇ? ਹਰ ਬੰਦਾ ਹੁਣ ਦੂਸਰੇ ਜਿਹੜੀਆਂ ਤਰੱਕੀ ਯਾਫਤਾ ਮੁਲਕ ਆ ਉਹਦੇ ਦੂਸਰੇ ਸਿਆਰਿਆਂ ਸਤਾਰਿਆਂ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਇੱਥੇ ਹੀ ਕੰਮ ਨਹੀਂ ਸੈੱਟ ਕਰ ਰਹੇ। ਮੈਂ ਜਿੱਦਾਂ ਗੱਲ ਕੀਤਾ ਕਿ ਤੁਸੀਂ ਬਾਹਰ ਚਲੇ ਜਾਓ, ਬੰਦਾ ਕਿੰਨਾ ਅਪਸੈਟ ਹੁੰਦਾ। ਥਾਂ ਥਾਂ ਦੇ ਕਚਰੇ ਦੇ ਢੇਰ, ਗੰਦ, ਖਾਣ ਵਾਲੀਆਂ ਚੀਜ਼ਾਂ ਸੜਕਾਂ ਦੇ ਉੱਤੇ ਵਿਕ ਰਹੀਆਂ, ਸਾਰਾ ਦਿਨ ਉੱਤੇ ਡਸਟ, ਮਿੱਟੀ, ਕਚਰਾ ਪੈ ਰਿਹਾ, ਲੋਕ ਬਿਮਾਰ ਹੋ ਰਹੇ ਆ, ਦਵਾਈਆਂ ਤੁਹਾਨੂੰ ਸਹੀ ਨਹੀਂ ਮਿਲਦੀਆਂ। ਹਸਪੀਟਲ ਚਲੇ ਜਾਓ, ਲਾਈਨਾਂ ਲੱਗੀਆਂ ਲੋਕਾਂ ਦੀਆਂ। ਅੱਜ ਮੈਂ ਬੈਂਕ 'ਚ ਗਿਆ, ਹੁਣ ਬੈਂਕ ਦਾ ਮੈਂ ਨਾਂ ਨਹੀਂ ਲੈਂਦਾ, ਲੇਕਿਨ ਉੱਥੇ ਘੜਮੱਸ ਵਜਿਆ ਲੋਕਾਂ ਦਾ, ਨਾ ਉੱਥੇ ਕੋਈ ਲਾਈਨ, ਨਾ ਗੱਲ, ਨਾ ਬਾਤ। ਦੂਸਰੇ ਮੁਲਕਾਂ 'ਚ ਜਾਓ ਤੁਸੀਂ, ਇੱਕ ਕਾਊਂਟਰ 'ਤੇ ਜਾਂਦੇ ਹੋ, ਤੁਹਾਡੀ ਗੱਲ ਸੁਣਦੇ ਆ। ਤੁਸੀਂ ਜੋ ਵੀ ਕਰਨਾ ਵਾ, ਤੁਸੀਂ ਕ੍ਰੈਡਿਟ ਕਾਰਡ ਅਪਲਾਈ ਕਰਨਾ, ਮੌਰਗੇਜ ਅਪਲਾਈ ਕਰਨੀ, ਤੁਸੀਂ ਕੋਈ ਲੋਨ ਲੈਣਾ, ਤੁਸੀਂ ਤੁਹਾਡੀ ਕੋਈ ਬੈਂਕ ਸਟੇਟਮੈਂਟ ਚਾਹੀਦੀ ਆ, ਅਕਾਊਂਟ ਦਾ, ਫਾਈਨਾਂਸ ਦਾ ਕੋਈ ਤੁਹਾਨੂੰ ਇਸ਼ੂ ਆ, ਤੁਸੀਂ ਜਾਣਦੇ ਆ, ਉਹ ਤੁਹਾਡੇ ਅੱਛੇ ਤਰੀਕੇ ਨਾਲ ਗੱਲ ਸੁਣਦੇ ਆ ਔਰ ਤੁਹਾਨੂੰ ਸਰਵ ਕਰਦੇ ਆ। ਦੂਸਰੇ ਬੰਦੇ ਬੇਸ਼ੱਕ 10 ਬੰਦੇ ਖੜੇ ਆ, ਉਹ ਨੈਕਸਟ ਬੰਦਾ ਆਣ ਕੇ ਨੈਕਸਟ ਕਸਟਮਰ ਲਊਗਾ, ਲੇਕਿਨ ਤੁਸੀਂ ਜਿੰਨਾ ਗੱਲ ਕਰ ਰਹੇ ਆ ਕਾਊਂਟਰ ਤੇ, ਉਹਨਾਂ ਨੇ ਤੁਹਾਨੂੰ ਸਰਵ ਕਰਨਾ। ਜਦ ਤੁਸੀਂ ਸੈਟੀਸਫਾਈਡ ਹੋ ਗਏ, ਤੁਸੀਂ ਆਪਦਾ ਕੰਮ ਖਤਮ ਕਰ ਲਿਆ, ਉਹ ਚਲੇ ਜਾਣਗੇ, ਨੈਕਸਟ ਕਸਟਮਰ ਫੇਰ ਲੈਣਾ। ਹੁਣ ਮੈਂ ਬੈਂਕ 'ਚ ਗਿਆ, ਕੋਈ ਕੰਮ ਇੱਕ ਦੋ ਸੀਗੇ,
ਉਹ ਵਿੱਚੇ ਹੀ ਇੱਕ ਹੋਰ ਬੰਦਾ ਤੁਰਿਆ ਹੁੰਦਾ, ਉਹ ਵਿੱਚੇ ਹੀ ਇੱਕ ਉਹ ਕੋਈ ਤੁਰਿਆ ਹੁੰਦਾ, ਜੀ ਮੇਰਾ ਆਹ ਕੰਮ ਕਰ ਦਿਓ, ਆ ਜੀ ਮੈਨੂੰ ਫੋਟੋ ਕਾਪੀ ਕਰ ਲਓ, ਅੱਛਾ ਜੀ ਤੁਸੀਂ ਉੱਥੋਂ ਸਾਈਨ ਕਰਾਓ, ਤੁਸੀਂ ਉਧਰ ਉਹ ਜਾ ਕੇ ਉੱਥੇ 2 ਘੰਟੇ ਵੇਸਟ ਕਰਕੇ ਕੋਈ ਬੰਦਾ ਤੋਂ ਆ ਜਾਂਦਾ। ਕੋਈ ਸਰਕਾਰੀ ਤੁਸੀਂ ਦਫ਼ਤਰ ਚਲ ਜਾਓ, ਤੁਹਾਨੂੰ ਪਤਾ ਨਹੀਂ ਹੁੰਦਾ ਵੀ ਮੈਂ ਯਾਰ ਅੱਜ ਮੇਰਾ ਕੰਮ ਹੋਣਾ ਕਿ ਨਹੀਂ ਹੋਣਾ, ਕਿਤੇ ਵੀ ਚਲੇ ਜਾਓ, ਯਾਨੀ ਮੁਸ਼ਕਲ ਕੀਤਾ ਆ। ਠੀਕ ਆ, ਇਹੀ ਇਕਨੋਮੀ ਜਿਹੜੀ ਆ, ਇਕਨੋਮੀ ਜਿਹੜੀ ਜਾਂ ਤੁਸੀਂ ਕਰਦੇ ਆ, ਤੇ ਇਕਨੋਮੀ ਦੇ ਵਿੱਚ ਵੀ ਇਹੀ ਚੀਜ਼ਾਂ ਹੈਗੀਆਂ ਕਿ ਅਗਰ ਮੁਲਕ ਚੋਂ ਕਰਪਸ਼ਨ ਖਤਮ ਜਦ ਤਾਈਂ ਨਾ ਹੋਈ ਤਾਂ ਪਾਕਿਸਤਾਨ ਦਾ ਕੋਈ ਫਿਊਚਰ ਨਹੀਂ। ਇਹੀ ਵਜ੍ਹਾ ਕਿ ਪਾਕਿਸਤਾਨ ਦੇ ਇਸ ਤਰ੍ਹਾਂ ਹੁਣ ਲੋਕ ਜਿਹੜੇ ਹੁਣ ਮਾਸ਼ਾਅੱਲਾ, ਚਲੋ ਤੁਸੀਂ ਤਾਂ ਮਾਸ਼ਾਅੱਲਾ ਜ਼ਿਮੀਂਦਾਰ ਆ, ਜ਼ਮੀਨ ਆ ਤੁਹਾਡੀ, ਕਾਰੋਬਾਰ ਆ, ਤੁਸੀਂ ਅੱਲਾਹ ਦਾ ਸ਼ੁਕਰ ਆ। ਭਾਈ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਮਾਸ਼ਾਅੱਲਾ ਕਿ ਚਲੋ ਜ਼ਿਮੀਂਦਾਰਾ ਵੀ ਆ, ਮਾਲ ਡੰਗਰ ਇਹ ਉਹ, ਤੇ ਗਰੀਬ ਬੰਦਾ ਜਿਹੜਾ 500 700 800 ਦੀ ਦਿਹਾੜੀ ਪਾਉਂਦਾ ਭਾਈ, ਉਹਦਾ ਮਤਲਬ ਉਹਦਾ ਬਹੁਤ ਮੁਸ਼ਕਲ ਆ, ਬਹੁਤ ਮੁਸ਼ਕਲ ਹੈਗਾ। ਅੱਲਾਹ ਤਾਲਾ ਖੈਰ ਕਰੇ। ਹਾਂ, ਕਰਪਸ਼ਨ ਖਤਮ ਹੋ ਜੂਗੀ ਤੇ ਫੇਰ ਹੀ ਆ ਕੰਮ ਖਤਮ। ਹਾਂ।